ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸਚੈ ਸਵਾਰਿਆ। ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਤਿਨਾਂ ਦੀ ਗੋਦ ਅੰਦਰ ਸਵਾਇਮਾਨ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਵਡਭਾਗੇ ਹਾਂ। ਗੁਰੂ ਸਾਹਿਬ ਨੇ ਰਹਿਮਤ ਕੀਤੀ ਹੈ। ਚੱਲ ਰਹੀ ਲੜੀਵਾਰ ਵਿਚਾਰ ਦੇ ਵਿੱਚ ਅਸੀਂ ਪਾਵਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤੀ ਹੋਈ ਬਾਣੀ ਆਨੰਦ ਸਾਹਿਬ ਦੀ ਵਿਚਾਰ ਸਰਵਣ ਕਰ ਰਹੇ ਹਾਂ। ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਅਲਪ ਬੁੱਧੀ ਜੀਵ ਹਾਂ, ਬਾਣੀ ਅਗਾਧ ਬੋਧ ਹੈ। ਆਪ ਰਹਿਮਤ ਕਰਕੇ ਇਸ ਪਾਵਨ ਬਾਣੀ ਦੀ ਇੱਕ ਇੱਕ ਪੌੜੀ ਦੀ ਵਿਚਾਰ ਆਪ ਕਰਵਾ ਲੈਣ। ਅੱਜ ਅਸੀਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਇਸ ਪਾਵਨ ਬਾਣੀ ਦੇ ਵਿੱਚੋਂ 7ਵੀਂ ਪੌੜੀ, ਉਸ ਪੌੜੀ ਦੀ ਵਿਚਾਰ ਕਰਨੀ ਹੈ। ਆਓ ਸਾਰੀ ਸੰਗਤ ਗੁਰੂ ਅੱਗੇ ਸੀਸ ਝੁਕਾਓ, ਗੁਰੂ ਸਾਹਿਬ ਜੀ ਦੀ ਅਸੀਸ ਪ੍ਰਾਪਤ ਕਰੀਏ। ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਇਸ ਪਾਵਨ ਬਾਣੀ ਦਾ ਸਰਲੇਖ ਆਨੰਦ ਹੈ, ਤੇ ਪਹਿਲੀ ਪੌੜੀ ਵਿੱਚ ਅਸੀਂ ਵਿਚਾਰਿਆ ਸੀ ਕਿ ਆਨੰਦ ਭਇਆ ਮੇਰੀ ਮਾਏ। ਹੁਣ ਇਸ 7ਵੀਂ ਪੌੜੀ ਦੇ ਵਿੱਚ ਵੀ ਆਨੰਦ ਆਇਆ। ਪਹਿਲੀ ਪੌੜੀ ਦੇ ਵਿੱਚ ਵਿਚਾਰਿਆ ਸੀ ਕਿ ਸਤਿਗੁਰੂ ਮਿਲਿਆ ਤੇ ਆਨੰਦ ਪ੍ਰਾਪਤ ਹੋਇਆ। ਗੁਰੂ ਸਾਹਿਬ ਨੇ ਇਹ ਗੱਲ ਕੀਤੀ ਆਰੰਭਤਾ ਵਿੱਚ ਹੀ ਕਿ ਜੇ ਇਸ ਬਾਣੀ ਦਾ ਸਰਲੇਖ ਆਨੰਦ ਹੈ, ਪੂਰਨ ਅਡੋਲਤਾ ਹੈ, ਤੇ ਫਿਰ ਗੁਰੂ ਕੇ ਪਿਆਰਿਓ ਇਹ ਆਨੰਦ ਕੇਵਲ ਸਤਿਗੁਰੂ ਦੇ ਕੋਲੋਂ ਪ੍ਰਾਪਤ ਹੋਵੇਗਾ। ਜਦੋਂ ਅਸੀਂ ਵਿਚਾਰਦੇ ਗਏ, ਗੁਰਬਾਣੀ ਪੜ੍ਹਦੇ ਗਏ, ਤੇ ਗੁਰੂ ਸਾਹਿਬ ਨੇ ਇਸ 7ਵੀਂ ਪੌੜੀ ਦੇ ਵਿੱਚ ਵੀ ਇਹੀ ਗੱਲ ਕੀਤੀ ਕਿ ਗੁਰੂ ਕੇ ਪਿਆਰਿਓ, ਕਹਿਣ ਨੂੰ ਤੇ ਸਾਰੇ ਹੀ ਆਨੰਦ ਆਨੰਦ ਕਹਿੰਦੇ ਨੇ। ਅਸੀਂ ਸਾਰੇ ਬੈਠੇ ਆ ਨਾ, ਤੇ ਆਮ ਲਫ਼ਜ਼ ਸਾਡੇ ਜ਼ਬਾਨ 'ਤੇ ਹੁੰਦਾ ਹੈ ਕਿ ਭਾਈ ਆਨੰਦ ਹੈ। ਗੁਰਦੁਆਰੇ ਆਉਂਦੇ ਆ, ਮੱਥਾ ਟੇਕਦੇ ਆ, ਕੋਈ ਸਾਡਾ ਹਾਲ ਚਾਲ ਪੁੱਛਦਾ, ਆਮ ਭਾਸ਼ਾ ਦੇ ਵਿੱਚ ਅਸੀਂ ਕਹਿ ਦਿੰਦੇ ਆਨੰਦ ਹੈ। ਤੇ ਗੁਰੂ ਸਾਹਿਬ ਕਹਿੰਦੇ ਇਹ ਅਸਲ ਵਿੱਚ ਤੁਹਾਡਾ ਭੁਲੇਖਾ ਹੈ। ਜਿਹੜੀ ਖੁਸ਼ੀ ਸੀ ਉਹਨੂੰ ਅਸੀਂ ਆਨੰਦ ਸਮਝ ਬੈਠੇ ਹਾਂ। ਜਿਸ ਦਿਨ ਸਾਡੇ ਮਨ ਅੰਦਰ ਖੁਸ਼ੀ ਤੇ ਆਨੰਦ ਦਾ ਇਹ ਪਤਾ ਚੱਲ ਜਾਏਗਾ ਕਿ ਖੁਸ਼ੀ ਅਲੱਗ ਹੈ, ਆਨੰਦ ਅਲੱਗ ਹੈ, ਕਿਉਂਕਿ ਖੁਸ਼ੀ ਦਾ ਆਉਣਾ ਇਹ ਸੰਕੇਤ ਦਿੰਦਾ ਹੈ ਕਿ ਇੱਕ ਦਿਨ ਗਮੀ ਆਵੇਗੀ। ਇਹ ਪੱਕੀ ਗੱਲ ਹੈ, ਕਨਫਰਮ ਹੈ ਕਿ ਜਿਸ ਦਿਨ ਸਾਡੇ ਕੋਲ ਖੁਸ਼ੀ ਹੈ ਨਾ, ਇਹ ਕਨਫਰਮ ਹੈ ਕਿ ਇੱਕ ਦਿਨ ਗਮੀ ਆਵੇਗੀ। ਜਿਸ ਦਿਨ ਸੁੱਖ ਹੈ
ਇੱਕ ਕਨਫਰਮ ਹੈ ਕਿ ਇੱਕ ਦਿਨ ਦੁੱਖ ਆਵੇਗਾ। ਪਰ ਮੈਂ ਪਹਿਲੇ ਦਿਨ ਵੀ ਵਿਚਾਰ ਕੀਤੀ ਸੀ ਕਿ ਜਿਹੜਾ ਆਨੰਦ ਹੈ ਨਾ, ਇਹ ਸਦੀਵੀ ਹੈ। ਜਿਸ ਦਿਨ ਇਹ ਆ ਗਿਆ ਤੇ ਗੁਰੂ ਸਾਹਿਬ ਕਹਿੰਦੇ ਫਿਰ ਉਹ ਮਨੁੱਖ ਉਸ ਆਨੰਦ ਵਿੱਚ, ਪੂਰਨ ਖੇੜੇ ਵਿੱਚ, ਪੂਰਨ ਖੁਸ਼ੀ ਵਿੱਚ ਬੈਠਾ ਹੋਇਆ, ਉਹ ਕਦੇ ਵੀ ਡੋਲੇਗਾ ਨਾ। ਇਸ ਲਈ ਸਤਿਗੁਰੂ ਨੇ ਅੱਜ ਬਖਸ਼ਿਸ਼ ਕੀਤੀ ਹੈ ਕਿ ਇਹ ਗੁਰੂ ਕੇ ਪਿਆਰੇ ਆਨੰਦ ਆਨੰਦ ਸਭ ਕੋ ਕਹੈ। ਕਹਿਣ ਨੂੰ ਤੇ ਸਾਰੇ ਕਹਿੰਦੇ ਮੈਨੂੰ ਆਨੰਦ ਪ੍ਰਾਪਤ ਹੈ। ਮੇਰੇ ਕੋਲ ਕਮੀ ਕਿਸ ਚੀਜ਼ ਦੀ? ਧਨ ਹੈ, ਮੇਰੇ ਕੋਲ ਕਾਰਾਂ ਕੋਠੀਆਂ ਨੇ, ਗੱਡੀਆਂ ਨੇ, ਇਹ ਸਾਰਾ ਕੁਝ ਮੇਰੇ ਕੋਲ ਹੈ। ਹੁਣ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਹੁਣ ਮੈਨੂੰ ਕਿਸ ਚੀਜ਼ ਦੀ ਜ਼ਰੂਰਤ ਹੈ? ਧਰਮੀ ਬਣਨ ਦੀ। ਇਹ ਸਾਡੇ ਮਨ ਅੰਦਰ ਲਾਲਸਾ ਹੁੰਦੀ ਹੈ। ਕਈ ਵਾਰ ਆਮ ਭਾਸ਼ਾ ਦੇ ਵਿੱਚ ਮਨੁੱਖ ਕਹਿੰਦਾ ਕਿ ਨਹੀਂ, ਹੁਣ ਨਾ ਮੈਂ ਧਰਮ ਕਰਮ ਕਰਨਾ, ਮੈਨੂੰ ਰੱਬ ਨੇ ਸਭ ਕੁਝ ਦਿੱਤਾ। ਭਾਵ ਕਿਸੇ ਨਾ ਕਿਸੇ ਚੀਜ਼ ਦੀ ਤੇ ਕਮੀ ਹੈ ਨਾ। ਖੁਸ਼ੀ ਆਈ ਹੈ, ਖੇੜਾ ਆਇਆ ਏ, ਮਨੁੱਖ ਉਸ ਖੇੜੇ ਵਿੱਚ ਫੁੱਲਿਆ ਨਹੀਂ ਸਮਾਉਂਦਾ, ਆਖਦਾ ਕਿ ਵਾਹ ਭਈ ਵਾਹ, ਸਭ ਕੁਝ ਰੱਬ ਨੇ ਦਿੱਤਾ। ਪਰ ਫਿਰ ਵੀ ਇੱਕ ਕਮੀ ਦੀ ਮਹਿਸੂਸ ਹੋਈ। ਉਹ ਕਿਹੜੀ ਜੀ? ਗੁਰੂ ਦੇ ਚਰਨਾਂ ਦੀ, ਧਰਮੀ ਬਣਨ ਦੀ, ਕਿ ਮੈਂ ਧਰਮੀ ਨਹੀਂ ਬਣਿਆ। ਧਨ ਬਹੁਤ ਕਮਾ ਲਿਆ, ਇੱਜ਼ਤ ਬਹੁਤ, ਸ਼ੋਹਰਤ ਬਹੁਤ ਹੈ ਮੇਰੇ ਕੋਲ, ਪਰ ਮੇਰੇ ਕੋਲ ਆਨੰਦ ਜਿਹੜਾ ਅਸਲ ਵਿੱਚ ਸਦੀਵੀ ਰਹਿਣ ਵਾਲਾ ਹੈ, ਜਿਹੜਾ ਗੁਰੂ ਦੇ ਕੋਲੋਂ ਮਿਲਣਾ, ਉਹ ਪ੍ਰਾਪਤ ਨਹੀਂ ਹੋਇਆ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਆਖਦੇ ਨੇ, ਭਲਿਆ ਭਟਕਿਆ ਮੈਂ ਵੀ ਬੜਾ ਸਾਂ, ਪਰ ਅਸਲ ਵਿੱਚ ਆਨੰਦ ਹੈ ਹੀ ਗੁਰੂ ਦੇ ਕੋਲੋਂ। ਸੰਸਾਰ ਦੀ ਕੋਈ ਸ਼ੈ ਨਹੀਂ ਜਿਹੜੀ ਸਦੀਵੀ ਖੁਸ਼ੀ, ਸਦੀਵੀ ਖੇੜਾ ਪ੍ਰਾਪਤ ਕਰਵਾ ਸਕੇ। ਕੇਵਲ ਤੇ ਕੇਵਲ ਜੇ ਖੇੜਾ ਹੈ, ਖੁਸ਼ੀ ਹੈ, ਉਹ ਕੇਵਲ ਸਤਿਗੁਰੂ ਦੇ ਚਰਨਾਂ ਵਿੱਚ ਹੈ। ਤੇ ਗੁਰੂ ਸਾਹਿਬ ਆਖਦੇ ਨੇ ਕਿ ਇਹ ਆਨੰਦ ਗੁਰੂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਫਿਰ ਦੂਸਰੀ ਗੱਲ ਕੀਤੀ ਕਿ ਇਹ ਆਨੰਦ ਕੇਵਲ ਸਤਿਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ ਹੈ, ਪਰ ਪ੍ਰਾਪਤ ਉਦੋਂ ਹੁੰਦਾ ਹੈ ਜਦੋਂ ਉਹ ਪਰਮਾਤਮਾ ਆਪਣੀ ਰਹਿਮਤ ਦਾ ਪਾਤਰ ਬਣਾ ਲਵੇ, ਉਹ ਪਰਮਾਤਮਾ ਕਿਰਪਾ ਕਰ ਦੇਵੇ। ਜਦੋਂ ਮਨੁੱਖ ਉੱਤੇ ਕਿਰਪਾ ਹੋ ਗਈ, ਭਾਵ ਜਦੋਂ ਗੁਰੂ ਨੇ ਆਪਣੇ ਸੇਵਕ ਨੂੰ ਆਪਣਾ ਪਿਆਰਾ ਬਣਾ ਕੇ ਆਪਣੇ ਨਾਲ ਜੋੜ ਲਿਆ, ਫਿਰ ਉਹ ਸਾਰੀਆਂ ਦੀਆਂ ਸਾਰੀਆਂ ਦਾਤਾਂ ਉਹ ਆਪਣੇ ਗੁਰਸਿੱਖ ਦੀ ਝੋਲੀ ਵਿੱਚ ਪਾ ਦਿੰਦਾ। ਪਰ ਪਾਉਂਦਾ ਉਦੋਂ ਹੈ ਜਦੋਂ ਸਤਿਗੁਰੂ ਦਾ ਸੱਚਾ ਸਿੱਖ ਗੁਰੂ ਦੇ ਕਹੇ ਹੋਏ ਮਾਰਗ ਦੇ ਉੱਤੇ ਚੱਲੇ। ਚੱਲਦੇ ਤੇ ਅਸੀਂ ਸਾਰੇ ਹਾਂ, ਵੈਸੇ ਤੁਸੀਂ ਵਡਭਾਗੀ ਹੋ, ਨੀਂਦ ਨੂੰ ਤਿਆਗ ਕੇ ਆਏ ਜੇ। ਬੜਾ ਔਖਾ ਜਦੋਂ ਅਸੀਂ ਘਰ ਪਲੰਘ ਉੱਤੇ ਸੁੱਤੇ ਹੁੰਦੇ ਆ ਨਾ, ਮੰਜੇ ਦੇ ਉੱਤੇ ਸਾਡਾ ਆਸਣ ਹੁੰਦਾ ਤੇ ਬੜੀ ਮੁਸ਼ਕਿਲ ਹੁੰਦਾ ਉੱਠਣਾ। ਸਭ ਤੋਂ ਪਹਿਲਾ ਕਦਮ ਇਹ ਹੈ ਕਿ ਉਸ ਪਲੰਘ ਦੇ ਉੱਤੋਂ ਜਿਹੜਾ ਸੁੱਖ, ਜਿਹੜਾ ਆਰਾਮ ਪਰਮਾਤਮਾ ਨੇ ਦਿੱਤਾ ਨਾ, ਗੁਰੂ ਨੇ ਬਖਸ਼ਿਸ਼ ਕੀਤੀ ਹੈ, ਭਈ ਉਸ ਆਰਾਮ ਨੂੰ ਤਿਆਗ ਕੇ ਤੁਸੀਂ ਆਏ ਜੇ, ਵਡਭਾਗੇ ਹੋ। ਪਰ ਇਸ ਤੋਂ ਅਗਲਾ ਕਰਮ ਵੀ ਹੈ। ਕੱਲ੍ਹ ਦੀ ਪੌੜੀ ਦੇ ਨਾਲ ਵਿਚਾਰਿਆ ਸੀ ਅਸੀਂ ਭਾਈ ਗੁਰਦਾਸ ਜੀ ਦਾ ਇੱਕ ਕਵਿਤ, ਪਰ ਇੱਕ ਕਵਿਤ ਅੱਜ ਸਤਿਗੁਰੂ ਭਾਈ ਗੁਰਦਾਸ ਜੀ ਇੱਕ ਕਵਿਤ ਹੋਰ ਬਖਸ਼ਿਸ਼ ਕਰਕੇ ਤੇ ਸਾਨੂੰ ਦਰਸਾਉਂਦੇ ਨੇ ਕਿ ਮਨੁੱਖ, ਤਿੰਨ ਉਦਾਹਰਨਾਂ ਦਿੱਤੀਆਂ ਭਾਈ ਗੁਰਦਾਸ ਜੀ ਨੇ, ਤਿੰਨ ਜ਼ਿੰਦਗੀ ਦੀਆਂ, ਕਿ ਆਨੰਦ ਐਵੇਂ ਨਹੀਂ ਪ੍ਰਾਪਤ ਹੋਣਾ। ਜੇ ਕੋਈ ਚਾਰ ਜਾਣੇ ਕਹਿ ਦੇਣ ਕਿ ਭਾਈ ਆਨੰਦ ਪ੍ਰਾਪਤ ਹੈ, ਤੇ ਮੈਂ ਵੀ ਕਹਿ ਛੁੜਾਂ ਭਈ ਆਨੰਦ ਹੈ, ਇਹ ਆਨੰਦ ਐਵੇਂ ਨਹੀਂ ਪ੍ਰਾਪਤ ਹੋਣਾ। ਆਨੰਦ ਕਹਿਣ ਦੇ ਨਾਲ, ਸੁਣਨ ਦੇ ਨਾਲ ਪ੍ਰਾਪਤ ਨਹੀਂ ਹੁੰਦਾ। ਆਨੰਦ ਕਿੱਦਾਂ ਪ੍ਰਾਪਤ ਹੁੰਦਾ? ਭਾਈ ਗੁਰਦਾਸ ਜੀ ਕਹਿੰਦੇ ਕਿ ਜਿਸ ਤਰ੍ਹਾਂ ਇੱਕ ਰਸਤੇ ਉੱਤੇ ਚੱਲਣ ਵਾਲਾ ਰਾਹੀ, ਜਦੋਂ ਉਹ ਰਸਤਾ ਪੁੱਛ ਲਵੇ ਕਿਸੇ ਦੇ ਕੋਲੋਂ, ਨਹੀਂ ਪਤਾ, ਉਹ ਪੁੱਛ ਲਵੇ, ਪਰ ਉਸ ਰਸਤੇ ਦੇ ਉੱਤੇ ਆਪਣੇ ਪੈਰਾਂ ਨਾਲ ਚੱਲੇ ਨਾ, ਕੀ ਉਹ ਆਪਣੀ ਮੰਜ਼ਿਲ 'ਤੇ ਪਹੁੰਚ ਸਕਦਾ? ਅਸੀਂ ਗੱਲ ਆਨੰਦ ਦੀ ਕਰ ਰਹੇ ਹਾਂ। ਖੁਸ਼ੀ ਸਾਨੂੰ ਬਹੁਤ ਮਿਲ ਜਾਂਦੀ ਹੈ, ਉਸ ਖੁਸ਼ੀ ਦੀ ਖਾਤਰ ਅਸੀਂ ਮਠਿਆਈਆਂ ਦੇ ਡੱਬੇ ਲੈ ਕੇ ਗੁਰੂ ਘਰ ਵਿੱਚ ਆਉਂਦੇ ਹਾਂ ਕਿ ਸਾਡੇ ਘਰ ਖੁਸ਼ੀ ਆਈ ਹੈ।
ਪਰ ਆਨੰਦ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ? ਭਾਈ ਗੁਰਦਾਸ ਜੀ ਕਹਿੰਦੇ ਇਸ ਤਰ੍ਹਾਂ ਨਹੀਂ ਕਿ ਮਾਰਗ ਪੁੱਛ ਲਿਆ ਪਰ ਉਸ ਮਾਰਗ 'ਤੇ ਚੱਲਿਆ ਨਹੀਂ। ਪੂਛਤ ਪਥਿਕ ਤਹਿ ਮਾਰਗ ਨ ਧਾਰੇ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਭਾਈ ਗੁਰਦਾਸ ਜੀ ਕਹਿੰਦੇ ਕਿਸ ਤਰ੍ਹਾਂ ਗੱਲਾਂ ਕਰਨ ਦੇ ਨਾਲ ਪ੍ਰੀਤਮ ਦੇ ਦੇਸ਼ ਪਹੁੰਚ ਜਾਵਾਂਗੇ? ਜਦੋਂ ਤੱਕ ਜਿਹੜਾ ਉਸ ਪ੍ਰੀਤਮ ਦੇ ਦੇਸ਼ ਵਿੱਚ ਜਾ ਕੇ ਆਇਆ ਉਹਦੇ ਕੋਲੋਂ ਉਸ ਮਾਰਗ ਦੀ ਜਿਹੜਾ ਮਾਰਗ ਜਿਸ ਮਾਰਗ 'ਤੇ ਚੱਲ ਕੇ ਪ੍ਰੀਤਮ ਦੇ ਨਾਲ ਮਿਲਣਾ ਨਾ, ਜੇ ਉਸ ਪੁੱਜੇ ਹੋਏ ਦੇਸ਼ ਵਿੱਚ ਜਿਸ ਮਨੁੱਖ ਨੂੰ ਅਸੀਂ ਰਸਤਾ ਪੁੱਛਿਆ ਨਾ, ਜੇ ਉਹਦੇ ਕੋਲੋਂ ਪੁੱਛਿਆ ਹੀ ਨਹੀਂ ਤੇ ਜੇ ਪੁੱਛ ਵੀ ਲਿਆ ਤਾਂ ਤੁਰੇ ਨਹੀਂ ਤੇ ਫਿਰ ਉਹਦੇ ਦੇਸ਼ ਤੱਕ ਪਹੁੰਚ ਨਹੀਂ ਸਕਦੇ। ਤੇ ਭਾਈ ਗੁਰਦਾਸ ਜੀ ਅਗਲੀ ਉਦਾਹਰਨ, ਪੂਛਤ ਹੈ ਵੈਦ ਖਾਦ ਔਖਦ ਨਾ ਸੰਜਮ ਸੈ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਦੂਜੀ ਉਦਾਹਰਨ ਦਿੱਤੀ ਹੈ ਵੈਦ ਦੀ। ਜਿੱਦਾਂ ਕੱਲ੍ਹ ਵੀ ਵਿਚਾਰਿਆ ਸੀ, ਵੈਦ ਦੀ ਦਿੱਤੀ ਹੋਈ ਦਵਾਈ ਜੇ ਖਾਈਏ ਨਾ ਉਹਦਾ ਅਸਰ ਨਹੀਂ। ਇੱਥੇ ਭਾਈ ਗੁਰਦਾਸ ਜੀ ਕਹਿੰਦੇ ਕਿ ਵੈਦ ਦੇ ਕੋਲ ਗਿਆ, ਜਾ ਕੇ ਤੂੰ ਉਹਦੇ ਕੋਲੋਂ ਦਵਾਈ ਲਈ ਹੈ, ਜਿਹੜਾ ਤੈਨੂੰ ਰੋਗ ਲੱਗਾ, ਪਰ ਉਸ ਦਵਾਈ ਨੂੰ ਉਸ ਸੰਜਮ ਵਿੱਚ ਰਹਿ ਕੇ ਜੋ ਡਾਕਟਰ ਨੇ ਦੱਸਿਆ ਕਿ ਭਾਈ ਆਹ ਨਹੀਂ ਖਾਣਾ, ਆਹ ਖਾਣਾ ਹੈ, ਦਵਾਈ ਇੰਨੇ ਵਜੇ ਲੈਣੀ ਹੈ, ਇੰਨੇ ਵਜੇ, ਇਹ ਦਿਨ ਵਿੱਚ 3 ਵਾਰੀ ਲੈਣੀ ਹੈ, ਤੇ ਜੇ ਉਹਨੂੰ ਉਸ ਸੰਜਮ ਦੇ ਨਾਲ ਵਰਤਾਂਗੇ ਨਹੀਂ। ਹੁਣ ਇੱਥੇ ਗੱਲ ਆਉਂਦੀ ਅੰਮ੍ਰਿਤ ਵੇਲੇ ਦੀ। ਕਈ ਮੇਰੇ ਵੀਰ ਇਸ ਸਟੇਜ 'ਤੇ ਬਹਿ ਕੇ ਆਖਦੇ ਨੇ ਕਿ ਭਾਈ ਅੰਮ੍ਰਿਤ ਵੇਲਾ ਕੀ ਲੋੜ ਸਾਂਭਣ ਦੀ। ਇਹ ਹੈ ਸੰਜਮ। ਤੇ ਸਤਿਗੁਰੂ ਸਾਡਾ ਵੈਦ ਹੈ, ਸਤਿਗੁਰੂ ਪੂਰਾ ਵੈਦ ਹੈ। ਪੰਜੇ ਰੋਗ ਅਸਾਧ ਨਿਵਾਰੇ, ਜਿਹੜੇ ਸਾਧੇ ਨਹੀਂ ਜਾ ਸਕਦੇ ਉਹ ਵੀ ਗੁਰੂ ਨੇ ਉਹਨਾਂ ਨੂੰ ਵੀ ਸਾਧ ਦਿੱਤਾ। ਤੇ ਭਾਈ ਗੁਰਦਾਸ ਜੀ ਕਹਿੰਦੇ ਜੇ ਸਤਿਗੁਰੂ ਰੂਪੀ ਵੈਦ ਦੇ ਕੋਲੋਂ ਆ ਕੇ ਬੈਠਾ ਏ ਤੇ ਜੇ ਉਹਦੇ ਦੱਸੇ ਹੋਏ ਸੰਜਮ ਵਿੱਚ ਤੂੰ ਆਪਣੀ ਜ਼ਿੰਦਗੀ ਨਹੀਂ ਬਤੀਤ ਕਰਦਾ, ਇਹ ਕਹਿ ਦੇਣਾ ਕਿ ਭਾਈ ਸੰਸਾਰੀ ਕੰਮ ਆ, ਇਹ ਮੇਰਾ ਫਰਜ਼ ਹੈ। ਸਭ ਤੋਂ ਪਹਿਲਾ ਵੱਡਾ ਫਰਜ਼ ਹੈ ਜਿਸ ਅਕਾਲ ਪੁਰਖ ਨੇ ਇਹ ਦੇਹੀ ਸਾਜੀ ਹੈ ਨਾ, ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ। ਜਦੋਂ ਸਿੱਖ ਰਹਿਤ ਮਰਜ਼ਾਦਾ ਪੜ੍ਹਦੇ ਆ ਨਾ, ਤੇ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਜਿਹੜੀ ਸ਼ਖਸੀ ਰਹਿਣੀ, ਇੱਕ ਪੰਥਕ ਰਹਿਣੀ ਹੈ, ਇੱਕ ਸ਼ਖਸੀ ਰਹਿਣੀ ਹੈ। ਵੈਸੇ ਅਸੀਂ ਆਪਣੀ ਜ਼ਿੰਦਗੀ ਦਾ ਉਹਨੂੰ ਹਿੱਸਾ ਹੀ ਨਹੀਂ ਬਣਾਇਆ। ਕੀ ਲੋੜ ਹੈ ਪੜ੍ਹਨ ਦੀ, ਕੀ ਲੋੜ ਹੈ ਗਿਆਨ ਲੈਣ ਦੀ? ਪਰ ਕਦੇ ਪੜ੍ਹ ਕੇ ਵੇਖਿਓ ਸਾਡੇ ਬਜ਼ੁਰਗਾਂ ਨੇ, ਤੁਸੀਂ ਮੇਰੇ ਬਜ਼ੁਰਗ ਜੇ ਤੇ ਤੁਹਾਡੇ ਬਜ਼ੁਰਗਾਂ ਨੇ, ਸਾਡੇ ਜਿਹੜੇ ਬਜ਼ੁਰਗ ਆ ਨਾ ਸਾਰਿਆਂ ਦੇ, ਜਿਨ੍ਹਾਂ ਦੇ ਉੱਤੇ ਮਾਣ ਕਰਦੇ ਆ ਕਿ ਉਹਨਾਂ ਨੇ ਤੇਗਾਂ ਚਲਾਈਆਂ, ਉਹਨਾਂ ਨੇ ਦੇਗਾਂ ਦੇ ਉਬਾਲਿਆਂ ਦੇ ਵਿੱਚ ਬੈਠ ਕੇ ਆਪਣੇ ਤਨ ਨੂੰ ਸਾੜਿਆ ਪਰ ਸੀ ਤੱਕ ਨਹੀਂ ਕੀਤਾ। ਉਹਨਾਂ ਮਹਾਨ ਯੋਧਿਆਂ ਦੇ ਵਿੱਚੋਂ ਸਾਡੇ ਦਾਦਿਆਂ ਪੜਦਾਦਿਆਂ ਨੇ, ਜਿਹੜੇ ਸਾਡੇ ਗੁਰੂ ਘਰ ਦੇ ਨਾਲ ਜੁੜੇ ਹੋਏ ਗੁਰੂ ਨੂੰ ਸਮਰਪਣ ਸਿੱਖ, ਉਹਨਾਂ ਨੇ ਸਿੱਖ ਰਹਿਤ ਮਰਜ਼ਾਦਾ ਤਿਆਰ ਕੀਤੀ। ਕਦੇ ਪੜ੍ਹ ਕੇ ਵੇਖਿਓ ਪਹਿਲਾ ਪੇਜ, ਜਿਹਦੇ ਉੱਤੇ ਉਹਨਾਂ ਮਹਾਨ ਯੋਧਿਆਂ ਦੇ, ਮਹਾਨ ਗੁਰਸਿੱਖਾਂ ਦੇ ਨਾਮ ਲਿਖੇ ਨੇ। ਐਵੇਂ ਨਹੀਂ ਇਹ ਤਿਆਰ ਹੋਈ, ਉਹਦੇ ਵਿੱਚ ਸਭ ਤੋਂ ਪਹਿਲਾਂ ਸ਼ਖਸੀ ਰਹਿਣੀ ਦਿੱਤੀ ਹੈ। ਤੇ ਉਸ ਸ਼ਖਸੀ ਰਹਿਣੀ ਨੂੰ ਪੜ੍ਹਿਓ। ਸਭ ਤੋਂ ਪਹਿਲਾਂ ਇਹ ਹੈ ਕਿ ਗੁਰੂ ਦਾ ਜਿਹੜਾ ਸਿੱਖ ਹੈ ਉਹਨੇ ਅੰਮ੍ਰਿਤ ਵੇਲੇ ਉੱਠਣਾ, ਪਹਿਰ ਰਾਤ ਰਹਿੰਦੀ ਜਾਗ ਕੇ, ਤੇ ਉੱਠਦਿਆਂ ਸਾਰ ਕੀ ਕਰਨਾ, ਮੁੱਖ ਤੋਂ ਵਾਹਿਗੁਰੂ, ਲੰਮੇ ਪਿਆ ਹੋਇਆ ਨਾ ਜਦੋਂ ਅੱਖਾਂ ਖੁੱਲੀਆਂ ਨੇ, ਤੇ ਉੱਠਦਿਆਂ ਸਾਰ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਨਾ। ਫਿਰ ਉਹਦਾ ਸ਼ੁਕਰ ਕਰਨਾ, ਦਾਤਾ ਤੂੰ ਰਾਤ ਸੌਣ ਵਾਸਤੇ ਦਿੱਤੀ ਹੈ, ਤੇਰਾ ਕੋਟਾਨ ਕੋਟ ਸ਼ੁਕਰ ਹੈ ਕਿ ਸਵਾਸਾਂ ਦੀ ਪੂੰਜੀ ਮੇਰੇ ਕੋਲ ਹੈ ਤੇ ਮੇਰਾ ਜੀਵਨ ਅਜੇ ਕਾਇਮ ਹੈ, ਮੈਂ ਹੁਣ ਉੱਠ ਕੇ ਆਪਣਾ ਕਰਮ ਨਿਭਾ ਸਕਦਾ। ਉਸ ਤੋਂ ਬਾਅਦ ਵਾਹਿਗੁਰੂ ਵਾਹਿਗੁਰੂ ਕਰਦਿਆਂ ਸਵੱਛ ਹੋਣਾ, ਆਪਣੇ ਤਨ ਨੂੰ ਸਾਫ਼ ਕਰਨਾ, ਸਾਰੀਆਂ ਕਿਰਿਆਵਾਂ ਸੋਧ ਕੇ ਇਸ਼ਨਾਨ ਕਰਨ ਤੋਂ ਬਾਅਦ ਫਿਰ ਉਹਦੀ ਬੰਦਗੀ ਵਿੱਚ ਜੁੜਨਾ। ਪੁਰਾਣੇ ਸਮੇਂ ਵਿੱਚ ਗੁਰਦੁਆਰੇ ਹਰ ਪਿੰਡ ਵਿੱਚ ਨਹੀਂ ਸਨ, ਨਗਰ ਵਿੱਚ ਨਹੀਂ ਸਨ, ਦੂਰ ਦੂਰ ਸਨ। ਤੇ ਹਰ ਸਿੱਖ ਨੂੰ ਤਾਕੀਦ ਕੀਤੀ ਕਿ ਆਪਣੇ ਘਰ ਵਿੱਚ ਬਹਿ ਕੇ, ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਕਿਹਾ ਨਾ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਵਾ। ਉਹ ਕਿਹੜਾ ਕੀਰਤਨ ਸੀ? ਉਹ ਘਰ ਵਿੱਚ ਕਿਹੜੀ ਧਰਮਸ਼ਾਲ ਸੀ? ਕਿ ਉੱਥੇ ਗੁਰਦੁਆਰੇ ਬਣ ਗਏ ਸਨ? ਨਹੀਂ, ਮੇਰੀ ਉਹ ਭੈਣੋ, ਮੇਰੇ ਉਹ ਵੀਰੋ, ਘਰਾਂ ਦੇ ਵਿੱਚ ਗੁਰਬਾਣੀ ਪੜ੍ਹੀ ਜਾਂਦੀ ਸੀ, ਆਪਣੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਸੀ। ਕਿ ਉਹ ਸਾਡੇ ਬੱਚੇ ਉਹ ਇੰਜੀਨੀਅਰ ਨਹੀਂ ਬਣੇ,
कि वो साडे बच्चे जिहड़े सन वो कोई अफसर नहीं बने, बड़े बड़े उन्होंने अहुदियां दे उत्ते बैठ के जिहड़ा वा वो काम कीता, पर उदों पढ़ाई दे जिहड़े सन साधन बहुत घट सन। अज पढ़ाई के साधन बहुत ने। साडे बजुर्गों ने रहत मर्यादा बना के सानू ताकीद की कि भाई जे घर नूं धर्मशाला बनाउणा ना, जे तू चाहुंदा है कि धर्म का बोलबाला होवे ते सज्जणा ये ख्याल रखी कि पैर रात रहिंदी जाग के, भाव अमृत वेले 4 पैर ने रात दे, 4 दिन दे 4 रात दे। जदों रात शुरू हुंदी है सूरज डुੱਬ जांदा, उस समय तो पहला पैर जिहड़ा शुरू हो जांदा रात दा, ते चौथे पैर सुबह के सुरतियां उपजै चाओ। जदों उदों उठदा है तो तेरे अंदर खेड़ा पैदा होवेगा, ते उत्थे इशनान पानी करके ते फिर नितनेम दीयां बाणियां पढ़, ते नितनेम दीयां बाणियां तो उपरंत अरदास बेनती करके गुरु दे जिथे भी गुरु घर है उत्थे जाके दर्शन करने, भाव गुरु का दर्शन करके ते फिर अपने कारोबार नूं अगे चलाउणा। ये सिख दा कर्म सी, पर असीं भुल गए। पुछ लिया भाई साहब जी गुरुद्वारे जाना चाहिए, पूछत पथक तह, पुछ लिया मार्ग ना धारै पग, उस मार्ग ते पैर नहीं धरिया, अमृत वेला नहीं सांभिया। पूछत है वैद, वैद नूं पुछ लिया, गुरु दे कोलों आण के पुछ लिया ना, हुक्मनामा सामने बाहर तुसीं स्क्रीन ते भी पढ़दे जी। पूछत है वैद खाद औखत ना संजम सै, संजम दे नाल उहनूं वरतिया ही। गुरु ने तो आख्या अमृत वेले अमृत दीयां बाणियां पढ़, पर नहीं, साडे कोल टाइम नहीं, कोई गल नहीं, 8 बजे आण के अमृत वेले दीयां जिहड़ियां 5 बाणियां पढ़ लवांगे। वेले दी नवाज कवेले दियां ठोकरां। जिहड़ा बंदा अमृत वेले उठिया ना, तो मेरे ख्याल नाल जदों तक संसारी जीव उठदा उदों तक वो अमृत वेले वाला उठ के भजन बंदगी करके ते अपना अद्धा काम निपटा लैंदा। पुराने बजुर्ग तुसीं पंजाब दे विच वेखिया होवेगा, 3 बजे उठ के जदों तक घर परिवार सुआणी साਂਭਦੀ ਸੀ उदों तक 1 एकड़ जमीन वाह के भी घर आ जांदा सी, ते वो भी हल दे नाल, पशुआं दे नाल। ये किस तरह हुंदा सी? क्योंकि उदम, ते सतगुरु जी जी कहंदे ने उदम करेंदियां जियो तू कमावदियां सुख पुंज, ध्याएंदियां तू प्रभु मिल। जदों तू ध्याउंदा है तो फिर प्रभु दे नाल मिलाप हुंदा है, ते नानक उतरी चिंत, चिंतावां ही खत्म हो जांदियां। ते भाई गुरदास जी तीसरी उदाहरण अगे देंदे ने कि पूछत सुहागण कर्म है दुहागण कह। हुण किसी संत महापुरुष नूं जाके पुछ लिया ते कर्म फिर दुहागणां वाले रहे। उही संसारी कर्म, उही 5 विकारां विच विचारी हो के ते अपना जीवन बतीत करदा है। भाई गुरदास जी कहंदे पूछत सुहागण कर्म है दुहागण कह, हृदय विचार कत सेजा बुलाइए। किदां परमात्मा नूं आखांगे मेरे सेजा दे उत्ते आण के सौ जा। टिकेगा हृदय विच? जदों 5 विकार ने, जिस भांडे दे विच गंदगी है उत्थे दुध नहीं रह सकदा, दुध फुट जाएगा। तो भाई गुरदास जी कहंदे अंदर विचार है, तो किस तरह पति परमेश्वर आण के तेरी सेजा दे उत्ते, हिरदे रूपी सेजा दे उत्ते आण के टिक जाएगा। अखीरली फिर गल जिहड़ी भाई गुरदास जी ने बड़ी कमाल दी कीती है, कहंदे गाए सुने आखे मीचे। ध्यान नाल सुनिओ, बड़े शब्दां दीयां टूनां सानूं बड़ियां स्वाद आनंदमई लगदियां ने। भाई सुणाई जाओ सुणाई जाओ। फिर वो गाणियां दीयां धुनां दे उत्ते हुंदियां, होर आनंद हुंदा, मनुख झूलदा ते समझदा यही आनंद है। वो भलिया भाई गुरदास जी कहंदे ये आनंद नहीं है, गाए सुने, गाउंदियां नूं सुन लैणा, आखे मीचे अखां मीट लैणियां, ते जोर जोर दे नाल सिर मारने, हलूणे लैणे, इस तरह भी वाह 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 क्या बात है। तो भाई गुरदास जी कहंदे नहीं, इस तरह परम पद की प्राप्ति नहीं, इस तरह आनंद की प्राप्ति नहीं। गाए सुने आखे मीचे पाइए ना परम पद, गुर उपदेश गह जो लो ना कमाइए। जदों तक उन्होंने कमा के हिरदे विच नहीं वसाउंदे उदों तक परम पद की भाव आनंद की प्राप्ति नहीं। फिर कहण नूं ते सारे आनंद आनंद कही जाते हैं, पर आनंद की प्राप्ति नहीं। आनंद की प्राप्ति तां होवेगी जे मार्ग दा, जिस मार्ग ते चलना वो पुछ लिया तो उस मार्ग ते चल। घरों निकल के
ਸਿੱਧਾ ਗੁਰੂ ਘਰ ਵਿੱਚ ਆ। ਜੇ ਗੁਰੂ ਦੇ ਦੁਆਰੇ ਉੱਤੇ ਆ ਹੀ ਗਿਆ ਤੇ ਵੈਦ ਨੂੰ, ਗੁਰੂ ਰੂਪ ਵੈਦ ਨੂੰ ਪੁੱਛ ਹੀ ਲਿਆਏ ਕਿ ਮੈਨੂੰ ਆਹ ਰੋਗ ਆ, ਪੰਜੇ ਵਿਕਾਰ ਜਿਹੜੇ ਨੇ ਮੇਰੇ ਸਾਧੇ ਨਹੀਂ ਜਾਂਦੇ, ਇਹ ਮੇਰੇ ਵੱਸ ਦੀ ਗੱਲ ਨਹੀਂ। ਕਹਿੰਦੇ ਆ ਨਾ ਡਾਕਟਰ ਨੂੰ ਵੀ ਜਾ ਕੇ ਕਿ ਭਾਈ ਹੁਣ ਮੇਰੇ ਹੱਥੋਂ ਗੱਲ ਨਿਕਲ ਗਈ, ਹੁਣ ਮੇਰਾ ਸਰੀਰ ਹੀ ਸਾਥ ਛੱਡ ਗਿਆ। ਸੱਚੇ ਪਾਤਸ਼ਾਹ, ਇਹ ਸਰੀਰ ਜਿਹੜਾ ਮੇਰਾ ਸਾਥ ਛੱਡ ਗਿਆ, ਮੈਥੋਂ ਹੁਣ ਅੰਮ੍ਰਿਤ ਵੇਲਾ ਨਹੀਂ ਸਾਂਭਿਆ ਜਾਂਦਾ, ਮੈਥੋਂ ਨਹੀਂ ਉੱਠਿਆ ਜਾਂਦਾ। ਤੇ ਸਤਿਗੁਰੂ ਵੈਦ ਕਹਿੰਦਾ ਕਿ ਭਲਿਆ ਉਦਮ ਕਰ, ਉੱਠ ਜਾਗ ਸਲੋਨੜੀਏ, ਗੁਰਬਾਣੀ ਗਾਵਹਿ ਰਾਮ। ਗੁਰੂ ਉੱਠਣ ਵਾਸਤੇ ਕਹਿੰਦਾ ਤੇ ਸੱਚੇ ਪਾਤਸ਼ਾਹ ਰਹਿਮਤ ਕਰ, ਫਿਰ ਤੂੰ ਹੀ ਇਹ ਬਖਸ਼ਿਸ਼ ਕਰ। ਤੇ ਫਿਰ ਜਦੋਂ ਸਤਿਗੁਰੂ ਦਾ ਉਪਦੇਸ਼ ਕਿ ਭਲਿਆ ਰਾਤ ਨੂੰ ਸਮੇਂ ਨਾਲ ਸੋਹਿਲਾ ਪੜ੍ਹਨਾ, ਇਹ ਨਾ ਹੋਏ ਕਿ ਅੰਮ੍ਰਿਤ ਵੇਲਾ ਚੱਲ ਪਿਆ ਹੋਵੇ, ਰਾਤ ਦੇ 1 ਵੱਜ ਗਿਆ ਹੋਵੇ ਤੇ ਤੂੰ ਰਾਤ ਨੂੰ 1 ਵਜੇ ਸੋਹਿਲਾ ਸਾਹਿਬ ਪੜ੍ਹ ਕੇ ਆਖੇ ਕਿ ਸਵੇਰੇ 3 ਵਜੇ ਉੱਠਿਆ ਹੀ ਨਹੀਂ ਗਿਆ, 4 ਵਜੇ ਉੱਠਿਆ ਹੀ ਨਹੀਂ ਗਿਆ। ਸੰਜਮ ਦੇ ਨਾਲ ਨਹੀਂ ਨਾ ਜੀਵਨ ਨੂੰ ਬਤੀਤ ਕੀਤਾ। ਸੰਜਮ। ਤੇ ਜੇ ਸੰਗੀਆਂ ਸਹੇਲੀਆਂ ਦੇ ਕੋਲੋਂ ਆਣ ਕੇ ਪੁੱਛਤ ਸੁਹਾਗਣ ਦਾ ਭਾਵ ਅਰਥ ਇਹੀ ਹੈ ਕਿ ਜਿਹੜੀ ਸੁਹਾਗ ਭਰੀ ਪਤੀ ਪਰਮੇਸ਼ਰ ਵਾਲੀ, ਜਦੋਂ ਉਹਨੂੰ ਪੁੱਛ ਹੀ ਲਿਆ ਤੇ ਜਿਹੜੇ ਕਰਮ ਹੈ ਦੁਹਾਗਣਾ ਵਾਲੇ ਨਾ ਬਣਾਈ, ਸੁਹਾਗਣਾ ਵਾਲੇ ਬਣਾਈ, ਆਪਣੇ ਪਤੀ ਨੂੰ ਰਜਾਈ, ਤੇ ਫਿਰ ਜਾ ਕੇ ਕਿਤੇ ਇਹ ਆਨੰਦ ਦੀ ਪ੍ਰਾਪਤੀ ਹੋਵੇਗੀ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਤੁਧ ਬਾਜ ਸਮਰੱਥ ਕੋਈ ਨਾਹੀਂ, ਤੇਰੇ ਤੋਂ ਬਗੈਰ ਹੋਰ ਕੋਈ ਨਹੀਂ। ਸਤਿਗੁਰੂ, ਕਿਸੇ ਵਿੱਚ ਇਹ ਸਮਰੱਥਾ ਨਹੀਂ ਕਿ ਇਹ ਆਨੰਦ ਮੇਰੇ ਹਿਰਦੇ ਘਰ ਵਿੱਚ ਵਸ ਜਾਵੇ। ਕਿਰਪਾ ਕਰ ਬਨਵਾਰੀਆ, ਹੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀਓ, ਮੇਰੇ ਉੱਤੇ ਕਿਰਪਾ ਕਰ, ਰਹਿਮਤ ਕਰ, ਮੈਨੂੰ ਇਹ ਆਨੰਦ ਦੀ ਪ੍ਰਾਪਤੀ ਹੋ ਜਾਵੇ। ਕਿਉਂਕਿ ਇਸ ਨੌ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ। ਇਹਨੂੰ ਕੋਈ ਟਿਕਾਣਾ ਨਹੀਂ, ਕੋਈ ਐਸਾ ਟਿਕਾਣਾ ਨਹੀਂ ਜਿੱਥੇ ਇਹ ਜਾ ਕੇ ਮਨ ਟਿਕ ਸਕੇ। ਜੇ ਬਹੁਤਾ ਧਨ ਆ ਗਿਆ ਤੇ ਧਨ ਵਿੱਚ ਲਾਲਚ ਖਚਤ ਹੋ ਕੇ ਆਪਣਾ ਜੀਵਨ ਬਰਬਾਦ ਕਰ ਲਿਆ। ਜੇ ਸਾਹਮਣੇ ਸੁਹੱਪਣ ਰੂਪ ਦੇਖ ਰਿਹਾ ਤੇ ਕਾਮੀ ਹੋ ਕੇ ਉਸ ਰੂਪ ਨੂੰ ਭੋਗ ਰਿਹਾ। ਜੇ ਮਹਿਲ ਮਾੜੀਆਂ ਆ ਗਈਆਂ ਤੇ ਮਹਿਲ ਮਾੜੀਆਂ ਨੂੰ ਵੇਖ ਵੇਖ ਕੇ ਆਨੰਦਿਤ ਹੋਈ ਜਾਂਦਾ। ਜੇ ਰੱਬ ਨੇ ਔਲਾਦ ਦੇ ਦਿੱਤੀ ਤੇ ਉਸ ਔਲਾਦ ਦੇ ਨਾਲ ਹੀ ਮੁਹੱਬਤ ਬਣਾ ਕੇ ਪਰਮਾਤਮਾ ਨੂੰ ਭੁੱਲ ਗਿਆ। ਸੱਚੇ ਪਾਤਸ਼ਾਹ, ਇਹ ਮਨ ਟਿਕਦਾ ਨਹੀਂ ਤੇ ਇਹਨੂੰ ਹੋਰ ਕੋਈ ਥਾਂ ਨਹੀਂ ਜਿੱਥੇ ਇਸ ਖਿੰਡੇ ਹੋਏ ਮਨ ਨੂੰ ਧਰਵਾਸ ਮਿਲ ਸਕੇ। ਸੱਚੇ ਪਾਤਸ਼ਾਹ ਰਹਿਮਤ ਕਰ, ਆਪਣਾ ਸ਼ਬਦ ਦੇ, ਕਿਉਂਕਿ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਮਨੁੱਖ ਵਾਰ-ਵਾਰ ਨਹੀਂ ਫਿਰ ਮਰਦਾ ਜਦੋਂ ਉਹਦੇ ਅੰਦਰ ਸ਼ਬਦ ਵਸ ਜਾਵੇ। ਇਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਬੇਨਤੀ ਕਰਦੇ ਨੇ, ਬਖਸ਼ਿਸ਼ ਕਰਦੇ ਨੇ ਬੇਨਤੀ ਰੂਪ ਵਿੱਚ ਕਿ ਇਸ ਨੌ ਹੋਰ ਥਾਉ ਨਾਹੀਂ, ਇਹਨੂੰ ਹੋਰ ਕੋਈ ਥਾਂ ਨਹੀਂ। ਸ਼ਬਦ ਲਾਗ ਸਵਾਰੀਆ, ਪਾਤਸ਼ਾਹ ਇਹਨੂੰ ਸਵਾਰਨਾ ਹੈ ਤੇ ਇਹਦੇ ਅੰਦਰ ਸ਼ਬਦ ਵਸਾ ਦੇ, ਮੈਨੂੰ ਸ਼ਬਦ ਦੇ। ਤੇਰੇ ਸ਼ਬਦ ਦੇ ਨਾਲ ਮੇਰਾ ਹਿਰਦਾ ਸੁੱਧ ਹੋ ਜਾਵੇਗਾ। ਕਹੈ ਨਾਨਕ ਲਿਵੈ ਬਾਝੋ, ਕਿਆ ਕਰੇ ਵਿਚਾਰੀਆ। ਹੇ ਪਾਤਸ਼ਾਹ, ਲਿਵ ਲਾਉਣ ਤੋਂ ਬਗੈਰ, ਕਿਉਂਕਿ ਸਾਚੀ ਲਿਵੈ ਬਿਨ ਦੇਹ ਨਿਮਾਣੀ। ਕੱਲ ਪੜ੍ਹਿਆ ਸੀ ਨਾ ਕਿ ਸਤਿਗੁਰੂ ਜੀ ਅੱਜ ਬਖਸ਼ਿਸ਼ ਕਰਦੇ ਨੇ ਕਿ ਲਿਵੇ ਬਾਝੋਂ, ਲਿਵ ਲਾਉਣ ਤੋਂ ਬਗੈਰ, ਪਰਮਾਤਮਾ ਦੇ ਨਾਲ ਸੁਰਤ ਜੋੜਨ ਤੋਂ ਬਗੈਰ ਇਹ ਵਿਚਾਰੀ ਜਿੰਦ ਕੀ ਕਰ ਸਕਦੀ ਹੈ। ਕਿਉਂਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਿਸ ਦਿਨ ਤੁਹਾਡੀ ਲਿਵ ਪਰਮਾਤਮਾ ਦੇ ਨਾਲੋਂ ਟੁੱਟ ਗਈ, ਉਸ ਦਿਨ ਫਿਰ ਤ੍ਰਿਸ਼ਨਾ ਦੇ ਵਿੱਚ ਖਚਤ ਹੋ ਕੇ ਤੇ ਮਾਇਆ ਦੇ ਮੋਹ ਜਾਲ ਵਿੱਚ ਫਸ ਜਾਵੇਗਾ। ਤੇ ਜਿਸ ਦਿਨ ਮਾਇਆ ਦੇ ਜਾਲ ਵਿੱਚ ਫਸ ਗਿਆ, ਫਿਰ ਉਹ ਜਿਸ ਤਰ੍ਹਾਂ ਨਚਾਉਂਦੀ ਹੈ ਉਸੇ ਤਰ੍ਹਾਂ ਮਨੁੱਖ ਨੱਚਦਾ, ਜਿਸ ਤਰ੍ਹਾਂ ਉਹ ਘੁਮਾਉਂਦੀ ਹੈ ਉਸੇ ਤਰ੍ਹਾਂ ਉਹ ਮਾਇਆ, ਉਸੇ ਤਰ੍ਹਾਂ ਮਨੁੱਖ ਜਿਹੜਾ ਵਾ ਉਹ ਘੁੰਮਦਾ ਘੁਮਾਉਂਦਾ ਇਸ ਸੰਸਾਰ ਸਮੁੰਦਰ ਵਿੱਚ ਘੁੰਮਣ ਘੇਰੀ ਵਿੱਚ ਫਸਿਆ ਹੋਇਆ ਆਪਣਾ ਜੀਵਨ ਬਰਬਾਦ ਕਰ ਲੈਂਦਾ। ਤੇ ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਨੇ ਅੱਜ ਦੀ ਪੌੜੀ ਅੰਦਰ ਕਿ ਭਾਈ ਐਵੇਂ ਨਾ ਆ ਕੇ ਆਖਿਆ ਕਰ ਮੈਨੂੰ ਆਨੰਦ ਹੈ ਆਨੰਦ ਹੈ।
ਜਿਸ ਦਿਨ ਆਨੰਦ ਆ ਗਿਆ ਉਸ ਦਿਨ ਫਿਰ ਤੂੰ ਕਿਸੇ ਨੂੰ ਕਹੇਗਾ ਨਹੀਂ। ਤੇਰੇ ਜੀਵਨ ਵਿੱਚੋਂ ਉਹ ਰਸ ਚੋਏਗਾ ਜਿਸ ਰਸ ਦੇ ਨਾਲ ਮਨੁੱਖ ਜਿਹੜਾ ਵੀ ਤੈਨੂੰ ਮਿਲੇਗਾ ਉਹਦਾ ਵੀ ਜੀਵਨ ਤਬਦੀਲ ਹੋ ਜਾਵੇਗਾ। ਸਾਡਾ ਬੜਾ ਲੰਬਾ ਚੌੜਾ ਇਤਿਹਾਸ ਹੈ। ਜਦੋਂ ਵੀ ਕਿਸੇ ਨੂੰ ਰੀਝ ਆਈ ਹੈ, ਕਿਸੇ ਦੇ ਮਨ ਵਿੱਚ ਗੁਰੂ ਪ੍ਰਤੀ ਸ਼ਰਧਾ ਆਈ ਹੈ, ਤੇ ਉਹ ਇਸ ਸ਼ਬਦ ਦੇ ਰਾਹੀਂ ਆਈ ਹੈ। ਆਰੰਭ ਤੋਂ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਬਦਾਂ ਤੋਂ ਪ੍ਰਭਾਵਿਤ ਹੋਇਆ। ਬੜੇ ਉੱਚ ਘਰਾਣਿਆਂ ਦੇ ਘਰਾਂ ਵਿੱਚ ਜਾ ਕੇ ਵੀ ਰਾਗ ਲਾਪੇ ਨੇ, ਪਰ ਉਹਨਾਂ ਰਾਗਾਂ ਦੇ ਨਾਲ ਉਹਨਾਂ ਨੂੰ ਪ੍ਰਸੰਨ ਨਹੀਂ ਕਰ ਸਕਿਆ। ਪਰ ਇੱਕ ਸ਼ਬਦ ਕੰਨਾਂ ਵਿੱਚ ਗੁਰੂ ਦਾ ਪਿਆ, ਮਰਦਾਨਿਆਂ ਚੱਲ ਮੇਰੇ ਨਾਲ। ਮਰਦਾਨੇ ਨੇ ਆਖਿਆ ਸੀ, ਪਾਤਸ਼ਾਹ ਕੀ ਕਰਾਂ, ਦੁਨਿਆਵੀ ਜੀਵ ਹਾਂ, ਕਿੱਦਾਂ ਘਰ-ਬਾਰ ਤਿਆਗ ਦੇਵਾਂ, ਮੈਂ ਗ੍ਰਸਤੀ ਜੀਵਨ ਹਾਂ। ਤੇ ਗੁਰੂ ਨਾਨਕ ਨੇ ਆਖਿਆ ਸੀ, ਜਿਸ ਪ੍ਰਮਾਤਮਾ ਨੇ ਤੈਨੂੰ ਗ੍ਰਸਤ ਦਿੱਤਾ ਨਾ, ਇਹ ਸੰਤੋਖ ਵੀ ਸਬਰ ਵੀ ਉਹਨੇ ਦੇਣਾ। ਅਸੀਂ ਗ੍ਰਸਤ ਤਿਆਗਣਾ ਨਹੀਂ, ਕੇਵਲ ਧਰਮ ਦਾ ਪ੍ਰਚਾਰ ਕਰਨ ਵਾਸਤੇ ਜਾਣਾ। ਇਹ 5-7 ਬੋਲ ਜਿਹੜੇ ਨੇ ਭਾਈ ਮਰਦਾਨੇ ਦੇ ਕੰਨਾਂ ਵਿੱਚ ਪਏ। ਹੁਣ ਮਰਦਾਨਾ ਤੇ ਗੁਰੂ ਨਾਨਕ ਇੱਕ ਹੈ। ਹੋ ਸਕਦਾ ਕੋਈ ਉਸ ਤੋਂ ਵੱਡਾ ਇੱਕ। ਗੁਰੂ ਨਾਨਕ ਨੇ ਸ਼ਬਦ ਅਲਾਪਣਾ ਇਹ ਨਹੀਂ ਆਖਿਆ ਮਰਦਾਨਿਆਂ ਫਲਾਣਾ ਸ਼ਬਦ ਅਲਾਪਣਾ, ਫਲਾਣਾ ਰਾਗ ਛੇੜੀ ਨਾ। ਮਰਦਾਨਿਆਂ ਰਬਾਬ ਛੇੜ, ਸਿਰਫ ਇੰਨਾ ਸ਼ਬਦ ਹੁੰਦਾ ਸੀ ਕਿ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਤੇ ਮਰਦਾਨਾ ਰਬਾਬ ਛੇੜਦਾ ਸੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਾਣੀ ਗਾਉਂਦੇ ਸਨ। ਇਹ ਨਹੀਂ ਸੀ ਪਤਾ ਕਿ ਕਿਹੜੇ ਰਾਗ 'ਚ ਅਲਾਪਣੀ ਹੈ। ਇੰਨੀ ਮਤਲਬ ਆਪਸ ਵਿੱਚ ਇੱਕ ਮਿਕਤਤਾ ਸੀ। ਇਹਨਾਂ ਆਪਸ ਵਿੱਚ ਜੁੜ ਚੁੱਕੇ ਸਨ। ਹੁਣ ਮਰਦਾਨਾ ਮਰਦਾਨਾ ਨਹੀਂ ਰਿਹਾ, ਹੁਣ ਮਰਦਾਨਾ ਵੀ ਗੁਰੂ ਨਾਨਕ ਹੈ। ਗੁਰੂ ਨਾਨਕ ਤੇ ਮਰਦਾਨੇ ਵਿੱਚ ਭੇਦ ਹੀ ਕੋਈ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਨੂੰ ਭਾਈ ਮਰਦਾਨੇ ਨੂੰ ਗੁਰਤਾ ਗੱਦੀ ਦੇਣੀ ਚਾਹੀਦੀ ਸੀ, ਨਹੀਂ। ਗੁਰੂ ਕੇ ਪਿਆਰਿਓ, ਸਮਝਣ ਵਾਲੀ ਗੱਲ ਹੈ। ਮਰਦਾਨਾ ਹੁਣ ਸਾਡੀਆਂ ਨਜ਼ਰਾਂ ਵਿੱਚ ਮਰਦਾਨਾ ਹੈ, ਗੁਰੂ ਨਾਨਕ ਅਕਾਲ ਪੁਰਖ ਦੀਆਂ ਨਜ਼ਰਾਂ ਵਿੱਚ ਗੁਰੂ ਨਾਨਕ ਤੇ ਮਰਦਾਨਾ ਇੱਕ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਬਾਣੀ ਉਤਰਦੀ ਸੀ ਤੇ ਭਾਈ ਮਰਦਾਨਾ ਕਿੰਨੀ ਉੱਚੀ ਸੁਰਤ ਹੋਵੇਗੀ, ਪਤਾ ਹੈ ਕਿ ਕਿਹੜਾ ਸ਼ਬਦ ਲਾਪਣਾ। ਪਰ ਭਾਈ ਮਰਦਾਨਾ ਗੁਰੂ ਨਾਨਕ ਦੇ ਕਹਿਣ ਉੱਤੇ, ਰਬਾਬ ਉੱਤੇ ਜਦੋਂ ਰਬਾਬ ਨੂੰ ਛੇੜਦਾ ਏ, ਭਾਵ ਰਬਾਬ ਵਜਾਉਂਦਾ ਏ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਾਣੀ ਲਾਪਣ ਲੱਗ ਪੈਂਦੇ ਨੇ। ਉਹੀ ਰਾਗ ਹੈ, ਉਹੀ ਸ਼ਬਦ ਦੀ ਧੁਨ ਹੈ ਜੋ ਗੁਰੂ ਨਾਨਕ ਪਾਤਸ਼ਾਹ ਜੀ ਬਾਣੀ ਲਾਪ ਰਹੇ। ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੰਨ ਵਿੱਚ ਆਖਿਆ ਸੀ ਕਿ ਮੈਂ ਫਲਾਣਾ ਸ਼ਬਦ ਪੜ੍ਹਨਾ ਨਹੀਂ। ਭਾਈ ਗੁਰੂ ਨਾਨਕ ਤੇ ਮਰਦਾਨੇ ਵਿੱਚ ਭੇਦ ਨਹੀਂ। ਇਹ ਤਾਂ ਹੀ ਬਣਦਾ ਹੈ ਕਿ ਜਦੋਂ ਸਾਡੇ ਅੰਦਰ ਸ਼ਬਦ ਵਸ ਜਾਵੇ, ਫਿਰ ਗੁਰੂ ਤੇ ਗੁਰੂ ਦੇ ਸਿੱਖ ਵਿੱਚ ਕੋਈ ਭੇਦ ਨਹੀਂ। ਇਹ ਨਾ ਆਖਿਆ ਕਰੋ ਕਿ ਭਾਈ ਉਹ ਪੁਰਾਣੇ ਸਿੰਘ ਸਨ, ਕਰਨੀ ਦੇ ਪੂਰੇ ਸਨ। ਨਹੀਂ, ਅਸੀਂ ਉਹਨਾਂ ਦੇ ਵਾਰਸ ਹਾਂ, ਅਸੀਂ ਉਹਨਾਂ ਦੇ ਵਾਰਸ ਹਾਂ। ਇਹ ਚੇਤਾ ਰੱਖਣਾ। ਜਦੋਂ ਮਨੁੱਖ ਆਪਣਾ ਇਤਿਹਾਸ ਭੁੱਲ ਜਾਂਦਾ ਨਾ, ਜਦੋਂ ਆਪਣਾ ਇਤਿਹਾਸ ਭੁੱਲ ਜਾਂਦਾ ਤੇ ਫਿਰ ਉਹ ਆਪਣੇ ਕੀਤੇ ਹੋਏ ਪੁਰਖਿਆਂ ਦਾ ਜਿਹੜਾ ਕਰਮ ਹੈ ਉਹਨੂੰ ਵਿਸਾਰ ਦਿੰਦਾ। ਤੇ ਜਿਸ ਦਿਨ ਉਹ ਆਪਣੇ ਇਤਿਹਾਸ ਨੂੰ ਜਾਣਦਾ ਹੈ ਨਾ, ਆਪਣਾ ਇਤਿਹਾਸ ਫਲੋਰਦਾ ਹੈ, ਤੇ ਫਿਰ ਉਹ ਕਦੇ ਵੀ ਆਪਣੇ ਘਰ ਤੋਂ ਖਿੰਡੇਗਾ ਨਹੀਂ। ਉਹ ਸਦਾ ਗੁਰੂ ਦੇ ਚਰਨਾਂ ਵਿੱਚ ਜੁੜਿਆ ਰਹੇਗਾ। ਸੋ ਸਤਿਗੁਰੂ ਜੀ ਰਹਿਮਤ ਕਰਨ, ਸਾਡੇ ਉੱਤੇ ਦਇਆ ਕਰਨ। ਜੋ ਇਹ ਲੜੀਵਾਰ ਅਸੀਂ ਵਿਚਾਰ ਕਰ ਰਹੇ ਹਾਂ, ਸਾਡੇ ਅੰਦਰ ਵੀ ਸਤਿਗੁਰੂ ਜੀ ਸ਼ਬਦ ਵਸਾ ਕੇ ਤੇ ਉਹ ਆਨੰਦ ਸਾਡੇ ਹਿਰਦੇ ਵਿੱਚ ਆ ਜਾਵੇ। ਗੁਰੂ ਅੱਗੇ ਇਹੀ ਅਰਦਾਸ ਹੈ। ਆਪ ਸਭ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਗੁਰੂ ਸਾਹਿਬ ਰਹਿਮਤ ਕਰਨ, ਸਾਨੂੰ ਚੜ੍ਹਦੀਆਂ ਕਲਾ ਬਖਸ਼ਣ। ਸੋ ਆਓ ਹੁਣ ਇੱਥੇ ਸਮਾਪਤੀ ਕਰੀਏ। ਸਾਡੇ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਲੱਖਾ ਸਿੰਘ ਜੀ, ਮਹਾਂਪੁਰਖ ਬਾਬਾ ਹਰਜੀਤ ਸਿੰਘ ਜੀ ਅਤੇ ਸਮੁੱਚੇ ਸਾਥੀ ਜਿਹੜੇ ਨੇ ਉਹ ਪਹੁੰਚੇ ਹਨ, ਕੋਟਾਨ ਕੋਟ ਧੰਨਵਾਦ ਹੈ। ਆਓ ਮਹਾਂਪੁਰਖਾਂ ਦੇ ਆਉਣ 'ਤੇ ਇੱਕ ਜੈਕਾਰਾ ਬੁਲਾਈਏ। ਸਾਰੀ ਸੰਗਤ ਬੜੇ ਪਿਆਰ ਨਾਲ ਜਵਾਬ ਦੇਣਾ ਜੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।